तो आज की जो वीडियो होगी वो हम शौकीन भाइयों के लिए लेकर आए हैं जो भैंसों का शौक़ रखते हैं। इस वक्त जो मेरे पास भैंस खड़ी है ये बहादुर नगर में जो सालाना मेला होता है पत्तों की वाला, उस मेले में गई थी। इसकी चुवाई शुरू होने लगी है। खाली बर्तन आप भाई कैमरे देख लें, सारी चीज़ें। उसके बाद चुवाई शुरू होती है और फिर भाई से सारी मालूमात इस झोटी के हवाले से लेते हैं। तो ये कंपटीशन में गई थी भैंस, तो वहाँ पर कोविड-19 की वजह से इंतज़ामिया ने मेला मुलतवी कर दिया और इन भाइयों के साथ बहुत ज़्यादा ज़्यादती भी की गई। सारी बातें डिस्कस करते हैं और भाई से पूछते हैं कि वो किस हद तक दिल बर्दाश्ता हैं। तो मेरी तमाम भाइयों से गुजारिश है हमारे चैनल को सब्सक्राइब कर लें, लाइक कर लें और बेल आइकन का बटन दबा दें ताकि आप भाइयों को रोज़ाना की बुनियाद पर हमारे चैनल के ज़रिए इन्फॉर्मेटिव और मालूमाती वीडियोज़ मिलती रहें और आप भाइयों को अच्छी से अच्छी मालूमात और आपकी फार्मिंग आसान होती रहे। तो भाई के पास चलते हैं जी। अस्सलाम वालेकुम। वालेकुम सलाम जी। भाईजान आपका नाम दस दिओ। मोहम्मद रशाद। अच्छा ये दसो तुसी मेले ते इस मੱਝ ਨੂੰ ਲੈ ਗया ਸੀ, 3 ਮੱਝਾਂ ਲੈ ਗਿਆ ਸੀ। ਤਿੰਨਾਂ ਮੱਝਾਂ ਦੀ ਚੁਆਈ ਨਹੀਂ ਹੋ ਸਕੀ, ਮੇਲਾ ਵੈਸੇ ਹੀ ਮੁਲਤਵੀ ਹੋ ਗਿਆ। ਤੁਹਾਡਾ ਮੇਲੇ ਵਾਲਿਆਂ ਨਾਲ ਜਿਹੜੇ ਉੱਥੇ ਇੰਤਜ਼ਾਮੀਆ ਸੀ ਉਹਨਾਂ ਜਿਸਲੇ ਮੇਲਾ ਮੁਲਤਵੀ ਹੋਇਆ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਵੱਈਆ ਰੱਖਿਆ, ਕਿਸ ਤਰ੍ਹਾਂ ਦਾ ਵਰਤਾਓ ਕੀਤਾ? ਪਹਿਲਾਂ 2 ਦਿਨ ਤੇ ਡਾਕਟਰਾਂ ਬਹੁਤ ਅੱਛਾ ਤਾਵਨ ਕੀਤਾ, ਆ ਕੇ ਪੁੱਛਦੇ ਰਹੇ ਨੇ। ਬਲਕਿ ਬਾਹਰ ਦੇ ਮੁਲਕਾਂ ਵੀ ਜੀ ਆਏ ਸਨ, ਉਹਨਾਂ ਵੀ ਆ ਕੇ ਪੁੱਛਿਆ ਕੋਈ ਪਰੇਸ਼ਾਨੀ ਤੇ ਕੋਈ ਵੀ ਡਾਕਟਰ ਹੀ ਸਨ ਮੇਰਾ ਖਿਆਲ ਕਹਿੰਦਾ। ਤੇ ਮੈਂ ਕਿਹਾ ਕਿ ਕੋਈ ਪਰੇਸ਼ਾਨੀ ਨਹੀਂ ਕਿਸੇ ਕਿਸਮ ਦੀ। ਉਹਨਾਂ ਕਿਹਾ ਵੀ ਜਿਹੜੀ ਦੋਂਦੀ ਝੋਟੀ ਹੈ ਇਹ ਤੇਰੇ ਘਰ ਦੀ ਹੈ। ਮੈਂ ਕਿਹਾ ਜੀ ਮੇਰੇ ਘਰ ਦੀ ਨਸਲ ਹੈ, ਆਪ ਕਰਾਸ ਕਰਾ ਕੇ ਲੀਲੀ ਰਾਵੀ ਦੀ ਨਸਲ ਬਣਾਈ ਆਪਣੇ ਘਰ ਦੀ। ਤੇ ਇਹ ਮੂੰਹੋਂ ਦੋਂਦੀ ਹੈ, 2.5 ਸਾਲ ਦੀ ਉਮਰ ਹੈ। ਅਲਹਮਦੁਲਿਲਾ ਇਹ ਘਰ ਵੀ ਚੁਆਈ 20 ਕਿਲੋ ਦੀ ਝੋਟੀ ਕਰਾ ਰਹੀ ਹੈ ਔਰ ਮੇਲੇ ਵੀ ਜਾ ਕੇ ਨੇ 20 ਕਿਲੋ ਦੀ ਚੁਆਈ ਵਧਾਉਣੀ ਸੀ ਕਿਉਂਕਿ ਇਹਦੀ ਤਿਆਰੀ ਲੱਗੀ ਸੀ। ਤਿਆਰੀ ਵਾਸਤੇ ਤਕਰੀਬਨ 3-4 ਬੰਦੇ ਹੁੰਦੇ ਨੇ ਇੱਕ ਮੱਝ ਦੇ ਉੱਤੇ, ਕੋਈ ਮਾਲਿਸ਼ ਕਰ ਰਿਹਾ, ਕੋਈ ਪੱਠੇ ਪਾ ਰਿਹਾ, ਕੋਈ ਵੰਡਾ ਪਾ ਰਿਹਾ। ਇਸ ਤਰੀਕੇ ਨਾਲ ਜਿਹੜਾ ਕਿ ਮੱਝ ਨੂੰ ਸਾਂਭਣਾ ਸੀ ਤੇ ਉਮੀਦ ਸੀ ਕਿ ਮੇਰੀ ਝੋਟੀ ਦੀ 25 ਕਿਲੋ ਚੁਆਈ ਹੋਣੀ ਸੀ। ਦੋਂਦੀਆਂ ਦੇ ਵਿੱਚ ਮੁਕਾਬਲਾ ਸੀ ਤਾਂ ਛੋਟੀ ਝੋਟੀਆਂ ਜਿਹੜੀ 2.5 ਸਾਲ ਦੀ ਉਮਰ ਹੈ। ਅੱਛਾ ਤੁਹਾਡੇ ਨਾਲ ਡਾਕਟਰਾਂ ਦਾ ਰਵੱਈਆ 2 ਦਿਨ ਪਹਿਲੇ ਬੜਾ ਚੰਗਾ ਸੀ, ਬੜਾ ਹਰ ਕਿਸਮ ਦਾ ਰਵੱਈਆ ਠੀਕ ਸੀ। ਜਿਸਲੇ ਮੇਲਾ ਮੁਲਤਵੀ ਕੀਤਾ ਗਿਆ ਉਹ ਕਿੱਸਾ ਸੁਣਾਓ, ਉਸਲੇ ਰਵੱਈਆ ਕਿਹੋ ਜਿਹਾ ਸੀ? ਭਾਜੀ ਪਹਿਲੀ ਗੱਲ ਤਾਂ ਡਾਕਟਰ ਉਸ ਟਾਈਮ ਫਿਰ ਸਾਹਮਣੇ ਨਹੀਂ ਆਏ, ਸਾਈਡ 'ਤੇ ਹੋ ਗਏ ਨੇ। ਪੁਲਿਸ ਵਾਲੇ ਆਏ ਨੇ, ਤਕਰੀਬਨ ਕੋਈ 30-40 ਬੰਦੇ ਸਨ। ਉਹਨਾਂ ਆ ਕੇ ਪੁਲਿਸ ਵਾਲਿਆਂ ਕਿਹਾ ਵੀ ਮੱਝਾਂ ਲੈ ਜਾਓ। ਮੈਂ ਕਿਹਾ ਭਾਜੀ ਅਸੀਂ ਆਪਣੇ ਸ਼ੌਂਕ ਵਾਸਤੇ ਕੋਈ ਇੱਥੇ ਨਹੀਂ ਆਏ, ਅਸੀਂ ਆਪਣਾ ਸ਼ੌਂਕ ਲੈ ਕੇ ਆਏ ਹਾਂ ਅਤੇ ਮੱਝਾਂ ਜਿਹੜੀਆਂ ਨੇ ਇਹ ਨਾਜ਼ੁਕ ਨੇ, ਧੁੱਪੇ ਨਹੀਂ ਜਾ ਸਕਦੀਆਂ। ਉਹਨੇ ਕਿਹਾ ਇੱਜ਼ਤ ਨਾਲ ਲੈ ਕੇ ਜਾਂਦੇ ਜਾਂ ਅਸੀਂ ਡੰਡੇ ਮਾਰੇ ਕੱਢੀਏ। ਖੈਰ ਮੈਂ ਫਿਰ ਵੀ ਬਹਿ ਰਿਹਾ ਉੱਥੇ। ਉਸ ਤੋਂ ਬਾਅਦ ਉਹ ਆਏ ਨੇ, ਉਹਨਾਂ ਧੱਕੇ ਨਾਲ ਸਾਡੀਆਂ ਮੱਝਾਂ ਖੋਲ੍ਹ ਕੇ ਉਹਨਾਂ ਬਾਹਰ ਕੱਢੀਆਂ ਨੇ ਫਾਰਮ ਤੋਂ। ਅਸੀਂ ਹੁਣ ਫਾਰਮ ਤੋਂ ਬਾਹਰ ਬਹਾਦਰ ਨਗਰ ਫਾਰਮ ਜਿਹੜਾ ਨਾ ਗੌਰਮੈਂਟ ਦਾ, ਉਹਦੇ ਨਾਲ ਇੱਕ ਡੇਰਾ ਹੈ, ਕੋਈ ਦੋਸਤ ਬਣਿਆ ਸੀ ਮੇਰਾ ਉੱਥੇ ਨਵਾਂ। ਉਹਨੇ ਕਿਹਾ ਭਾਈ ਇੱਥੇ ਬੰਨ੍ਹ ਲੈ। ਉਸ ਤੋਂ ਬਾਅਦ ਮੈਂ ਕਿਹਾ ਯਾਰ ਮੇਰਾ ਦਿਲ ਨਹੀਂ ਕਰਦਾ ਇਸ ਤਰ੍ਹਾਂ ਮੱਝਾਂ ਲਿਜਾਣ ਨੂੰ ਆਪਣੇ ਘਰ, ਅਤੇ ਮੈਂ ਕਹਿੰਦਾ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਰਸ਼ਾਦ ਦੀ ਦੋਂਦੀ ਝੋਟੀ ਵੀ ਇੰਨਾ ਦੁੱਧ ਦੇ ਗਈ ਇੱਥੇ, ਅਤੇ ਮੈਂ ਤਾਂ ਤੁਹਾਡੇ ਨਾਲ ਰਾਬਤਾ ਕਰਕੇ ਤੁਹਾਨੂੰ ਬੁਲਾਇਆ, ਯਾਨੀ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਮੇਰੀ ਦੋਂਦੀ ਝੋਟੀ ਵੀ ਦੁੱਧ ਕਿੰਨਾ ਦੇ ਰਹੀ ਅਲਹਮਦੁਲਿਲਾ। ਇਹ ਮੈਂ ਤਾਰੀਖ ਦੱਸਦਾ ਜਾਵਾਂ, ਕੰਪੀਟੀਸ਼ਨ ਸੀ ਜਿਹੜਾ ਮੇਲਾ ਸੀ ਉਹ 10/4/2021 ਦਾ ਦਿਨ ਹੈ ਅੱਜ, ਤੇ ਅੱਜ ਹੀ ਇਹਦਾ ਮੁਕਾਬਲਾ ਹੋਣਾ ਸੀ। ਤੇ ਇਹ ਅਰਸ਼ਾਦ ਭਾਈ ਦਾ ਸ਼ੌਕ ਅਸੀਂ ਆਪਦੇ ਚੈਨਲ ਦੇ ਜ਼ਰੀਏ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅੱਛਾ ਅਰਸ਼ਾਦ ਭਾਈ ਇਹ ਦੱਸਿਆ ਜੇ ਚਲੋ ਉੱਥੇ ਤੁਹਾਡਾ ਸ਼ੌਕ ਪੂਰਾ ਨਹੀਂ ਹੋ ਸਕਿਆ, ਅਗਰ ਕੋਈ ਭਾਈ ਦੋਂਦੀ ਝੋਟੀ ਤੁਹਾਡੀ ਝੋਟੀ ਨਾਲ ਲਾਣਾ ਚਾਹੇ, ਆਪਦਾ ਸ਼ੌਕ ਵੀ ਪੂਰਾ ਕਰਨਾ ਚਾਹੇ, ਤੁਹਾਡਾ ਸ਼ੌਕ ਵੀ ਪੂਰਾ ਕਰਵਾਉਣਾ ਚਾਹੇ, ਤੇ ਤੁਸੀਂ ਉਹਨੂੰ ਵੈਲਕਮ ਕਰੋਗੇ ਜਾਂ ਕਿ ਤੁਸੀਂ ਇਹਦਾ ਹੁਣ ਮੁਕਾਬਲਾ ਨਹੀਂ ਕਰਵਾਓਗੇ? ਭਾਜੀ ਦਰਅਸਲ ਨਾ ਸੋਚ ਜੇਨ ਇਹ ਹੀ ਹੈ ਇੱਕ ਵੀ ਮੱਝ ਕੈਮਰੇ ਦੇ ਵਿੱਚ ਲਿਆਉਣ ਦੀ, ਚੁਆਉਣ ਦੀ, ਕਿ ਮੇਰੇ ਨਾਲ ਕੋਈ ਮੁਕਾਬਲਾ ਕਰੇ ਦੋਂਦੀ ਝੋਟੀ ਦਾ। ਅਤੇ ਦੋਂਦੀ ਝੋਟੀ ਮੈਂ ਚੁਆਵਾਂਗਾ ਜਿਸ ਟਾਈਮ ਮਰਜ਼ੀ। ਇਹ ਨਹੀਂ ਮੈਂ ਕਹਿੰਦਾ ਕਿ ਵੀ ਇਸ ਮਹੀਨੇ ਨਹੀਂ ਕਰਦੇ, ਅਗਲੇ ਮਹੀਨੇ 12 ਮਹੀਨੇ ਵਿੱਚ ਅਲਹਮਦੁਲਿਲਾ ਮੇਰੇ ਕੋਲ ਬਹੁਤ ਘਰ ਵੀ ਨੇ ਹੋਰ ਵੀ। ਦੋਂਦੀ ਝੋਟੀ ਨਾਲ ਮੁਕਾਬਲਾ ਕਰਾਂਗੇ। ਆ ਦੂਸਰਾ ਬਰਤਨ ਆ ਗਿਆ, ਖਾਲੀ ਕਰ ਦਿੱਤਾ ਗਿਆ, ਭਾਈਆਂ ਨੂੰ ਕੈਮਰੇ ਦਿਖਾ ਦਿੱਤਾ ਗਿਆ। ਅੱਛਾ ਭਾਈ ਜਾਨ, ਹਾਂਜੀ ਮੇਰਾ ਮੁਕਾਬਲਾ ਕਰਨ ਦਾ ਹੀ ਜ਼ੇਨ ਹੈ ਕਿ ਮੇਰੇ ਨਾਲ ਬੰਦਾ ਮੁਕਾਬਲਾ ਕਰੇ। ਨਹੀਂ ਪੱਤੋਂ ਕੀ ਲੱਗਦੇ ਆਪਣੇ ਘਰ ਬਹਿ ਕੇ ਮੱਝਾਂ ਚੋਲੇ ਨੇ, ਮੁਨਸਬ ਬੰਦੇ ਚਲੇ ਜਾਣਗੇ ਉੱਤੇ, ਉਹਨਾਂ ਦੇ ਮੇਰੇ ਘਰ, ਮੇਰੇ ਉਹਨਾਂ ਦੇ ਘਰ 'ਚ ਆਪਾਂ ਮੱਝਾਂ ਚੋਲਾਂਗੇ। ਤੇ ਇਹ ਵੀ ਮੁਮਕਿਨ ਹੋ ਸਕਦਾ ਹੈ ਕਿ ਇੱਕ ਜਗ੍ਹਾ 'ਤੇ ਦੋਵੇਂ ਮੱਝਾਂ ਬੁਲਾ ਲਈਆਂ ਜਾਵਣ, ਉੱਥੇ ਕੋਈ ਮੁਨਸਬ ਵੀ ਬਾਤ 'ਤੇ ਜਾਵਣ ਅਤੇ ਉੱਥੇ ਫਿਰ 5 ਚੁਆਈਆਂ ਕਰ ਲਈਆਂ ਜਾਵਣ, ਪੱਕੀਆਂ ਵੀ ਅਤੇ ਕੱਚੀਆਂ ਵੀ। ਹਾਂਜੀ 5 ਚੁਆਈਆਂ ਹੋਣਗੀਆਂ, ਮੁਨਸਬ ਹੋਏਗਾ। ਮੱਝਾਂ ਦਰਅਸਲ ਇੱਕ ਜਗ੍ਹਾ 'ਤੇ ਹੀ ਬਹਿਣ ਨਾ ਅਤੇ ਫਿਰ ਹੀ ਚੁਆਈ ਹੁੰਦੀ ਹੈ, ਯਾਨੀ ਕਿ ਉੱਥੇ ਬੰਦਾ ਤਿਆਰੀ ਕਰਕੇ ਮੱਝਾਂ ਦੀ ਚੁਆਈ ਕਰਾਏ ਅਤੇ ਫਿਰ ਕਰਾਵੇ। ਯਾਨੀ ਕਿ ਮੇਰੇ ਕਹਿਣ ਦਾ ਮਕਸਦ ਇਹ ਵੇਖ ਵੀ ਆਪਾਂ ਆਪਣੇ ਘਰ ਵੀ ਮੱਝਾਂ ਚੋਈਆਂ ਜਾਣ ਅਤੇ ਕੋਈ ਗਿਲਾ ਨਹੀਂ, ਕਿਉਂ ਕਰੋਨਾ ਵਾਇਰਸ ਜਿਹੜੀ ਨੇ ਅੱਜ ਕੱਲ੍ਹ ਬਹੁਤ ਜ਼ਿਆਦਾ ਫੈਲੀ ਹੋਈ ਹੈ। ਅਗਰ ਜੇ ਕੋਈ ਬੰਦਾ ਵੀ ਕੋਸ਼ਿਸ਼ ਕਰਦਾ ਤੇ ਉਹ ਨਾਲ ਹੀ ਪੁਲਿਸ ਵਾਲੇ ਆ ਜਾਂਦੇ ਨੇ ਵੀ ਤੁਸੀਂ ਟੁਰੋ ਇੱਥੋਂ। ਉਹ ਸਾਰਾ ਨਿਜ਼ਾਮ ਜਿਹੜਾ ਨਾ ਗਲਤ ਹੋ ਜਾਂਦਾ।
ਅੱਛਾ, ਇਹ ਝੋਟੀ ਤੁਸੀਂ ਜਿਹੜੇ ਮੇਲੇ 'ਚ ਲੈ ਕੇ ਗਿਆ ਜੇ, ਹਾਂਜੀ। ਇਹਨੂੰ ਤੁਸੀਂ ਤਿਆਰੀ ਦਿੱਤੀ, ਕਿਵੇਂ ਤਿਆਰੀ ਦਿੱਤੀ ਤੇ ਕਿੰਨਾ ਰੋਜ਼ ਦਾ ਖਰਚਾ ਕਰਦੇ ਰਹੇ ਜੇ ਤੇ ਕਿੰਨੀ ਦੇਰ ਪਹਿਲੇ ਤਿਆਰੀ ਦੇਣੀ ਸ਼ੁਰੂ ਕਰ ਦਿੰਦੇ ਜੀ ਮੇਲੇ ਤੋਂ? ਵੇਖੋ ਜੀ, ਦਰਅਸਲ ਡੰਗਰ ਕੋਈ ਵੀ ਤਿਆਰੀ ਵਾਸਤੇ ਹੈ ਨਾ, ਉਹਨੂੰ ਲੱਗਦਾ ਤਾਂ 1 ਸਾਲ ਹੈ, ਲੇਕਿਨ ਚਲੋ ਸਾਲ ਤੋਂ ਫਿਰ ਜਿਸ ਟਾਈਮ ਮੁਕੰਮਲ ਵੱਡੀ ਤਿਆਰੀ ਅਸੀਂ ਕਰਨੇ ਆ ਨਾ, ਉਹ ਫਿਰ 1.5 ਮਹੀਨੇ ਤੋਂ ਅਸੀਂ ਫੁੱਲ ਤਿਆਰੀ ਕਰਨੇ ਆ। 1.5 ਮਹੀਨੇ ਤਿਆਰੀ ਲੱਗੇ ਤੇ ਫਿਰ ਉਹ ਖਲ ਵੰਡੇ ਤੋਂ ਆਉਂਦੀ, ਮੱਝ ਖਾਂਦੀ ਹੈ, ਫਿਰ ਉਹਦੀ ਮਾਲਿਸ਼ ਕਰਦੇ ਨੇ, 3 ਬੰਦੇ ਉਹਦੇ ਉੱਤੇ ਹੁੰਦੇ ਨੇ, ਉਹਨਾਂ ਦਾ ਵੀ ਖਰਚਾ, ਦਵਾਈ ਦਰਮਲ ਵੀ, ਉਰਾਂ ਪਰਾਂ ਵੀ, ਤਕਰੀਬਨ ਯਾਨੀ ਕਿ 15,000 ਰੁਪਇਆ ਇੱਕ ਮੱਝ ਤੇ ਖਰਚਾ ਆਉਂਦਾ ਹੈ। ਯਾਨੀ ਕਿ 1.5 ਮਹੀਨੇ ਹਰ ਰੋਜ਼ ਦਾ 15,000 ਰੁਪਇਆ ਖਰਚਾ ਆਇਆ ਮੱਝ ਦੇ ਉੱਤੇ। ਲੇਕਿਨ ਉੱਥੇ ਨਾ ਮੱਝਾਂ ਚੋਣ ਦੀ ਵਜ੍ਹਾ ਤੋਂ ਜ਼ੇਨ ਬਹੁਤ ਪਰੇਸ਼ਾਨ ਹੋਇਆ। ਬੜਾ ਚਾਅ ਸੀ ਕਿ ਪੱਤੋ ਕੀ ਮੇਲਾ ਲੱਗਿਆ ਤੇ ਅਲਹਮਦੁਲਿਲਾ ਮੇਰੇ ਕੋਲ ਮੱਝਾਂ ਨੇ ਤੇ ਮੈਂ ਜਾਵਾਂਗਾ। ਅੱਗੇ ਮੈਂ ਲੋਕਾਂ ਦੇ ਮੇਲੇ ਵੇਖਣ ਵਾਸਤੇ ਉੱਥੇ ਜਾਂਦਾ ਸਾਂ, ਲੇਕਿਨ ਆਪ ਨਹੀਂ ਮੈਂ ਕਦੀ ਡੰਗਰ ਲੈ ਗਿਆ। ਲੇਕਿਨ ਜਿਸ ਟਾਈਮ ਉਹ ਕਿਹਾ ਨਾ ਉਹਨਾਂ 52 ਕਿਲੋ ਦਾ ਰਿਕਾਰਡ ਨਹੀਂ ਕਿਸੇ ਨੇ ਤੋੜਿਆ, ਮੈਂ ਕਿਹਾ ਅਲਹਮਦੁਲਿਲਾ ਮੈਂ ਮੱਝ ਆਪਣੇ ਘਰੋਂ ਲੈ ਕੇ ਆਵਾਂਗਾ। ਮੈਂ 60 ਕਿਲੋ ਦਾ ਰਿਕਾਰਡ ਲਾ ਕੇ ਜਾਵਾਂਗਾ ਕਿ ਵੀ ਦੁਨੀਆ ਦੇ ਵਿੱਚ 60 ਕਿਲੋ ਨਾ ਚੁਆਏਗਾ ਨਾ ਹੋਏਗਾ ਇਨਸ਼ਾਅੱਲਾ ਕਿਸੇ ਕੋਲ। ਅੱਛਾ, ਇਹਦਾ ਮਤਲਬ 7-8 ਲੱਖ ਰੁਪਇਆ ਤੁਸੀਂ ਦੀ ਤਿਆਰੀ ਤੇ ਲਾ ਦਿੰਦੇ ਮੱਝ ਦੇ ਪਹਿਲੇ ਮਹੀਨੇ, ਤੇ ਉੱਥੇ ਨਾਮ ਕਿੰਨਾ ਸੀ? ਇੰਨਾ ਨਾਮ ਹੁੰਦਾ ਹੈ ਕਿ ਨਾਮ ਇਹਨਾਂ ਨਹੀਂ ਹੁੰਦਾ? ਇਨਾਮ ਜੀ ਜਿਹੜਾ ਹੈ ਨਾ, ਕੋਈ ਨਹੀਂ ਐਡਾ ਖਾਸ ਹੁੰਦਾ, ਕੋਈ ਲੱਖ 2 ਹੋਵੇ, ਉਂਝ ਕੋਈ ਚੌਧਰੀ ਟੈਪ ਬੰਦਾ ਬੈਠਾ ਹੋਵੇ ਆਪਣੇ ਚਾਅ ਨਾਲ ਕੋਈ ਜਿੰਨਾ ਮਰਜ਼ੀ ਨਾਮ ਦੇ ਸਕੇ। ਲੇਕਿਨ ਸਾਨੂੰ ਨਾਮ ਲੈਣ ਦੀ ਖੁਸ਼ੀ ਨਹੀਂ ਹੈ, ਸਾਡੀ ਮੱਝ ਦਾ ਨਾਂ ਅੱਗੇ ਆਵੇ ਦੁਨੀਆ ਦੇ ਵਿੱਚ, ਅੱਗੇ ਫਲਾਣੇ ਸ਼ਹਿਰ ਦਾ ਫਲਾਣੇ ਪਿੰਡ ਦਾ ਬੰਦਾ ਹੈਗਾ, ਇਹਦਾ ਮੱਝ ਅੱਛੀ ਰੱਖਦਾ, ਇਹਦੇ ਕੋਲ ਜਾ ਕੇ ਮੱਝ ਦੇਖੀਏ, ਤੂੰ ਪੁੱਛੀਏ ਕਿ ਨਸਲ ਕਿਵੇਂ ਪੈਦਾ ਕਰਾਈ ਹੈ, ਕੀ ਕੀਤਾ, ਕਿਸ ਹਿਸਾਬ ਕਿਤਾਬ ਨਾਲ ਹੋਇਆ ਕੰਮ। ਇਹ ਸਿਰਫ ਵਿਖਾਉਣ ਦਾ ਮਕਸਦ ਇਹ ਹੁੰਦਾ। ਹੋਰ ਪੈਸੇ ਜਿਹੜਾ ਬੰਦਾ ਹੁਣ 25-30 ਲੱਖ ਰੁਪਏ ਖਰਚਾ ਕਰ ਸਕਦਾ, 1-2 ਲੱਖ ਰੁਪਏ ਲੈਣ ਵਾਸਤੇ ਨਹੀਂ ਗਿਆ ਹੁੰਦਾ ਉੱਥੇ। ਆਪਦਾ ਸ਼ੌਕ ਪੂਰਾ ਕਰਨ ਗਿਆ ਹੁੰਦਾ ਹੈ ਤੇ ਆਪਦਾ ਨਾਮ ਬਣਾਉਣ ਗਿਆ ਹੁੰਦਾ ਹੈ, ਤਾਂ ਕਿ ਪੂਰੀ ਦੁਨੀਆ 'ਚ ਇੱਕ ਨਾਂ ਬਣੇ, ਇੱਜ਼ਤ ਬਣੇ। ਤੇ ਅਸਲ ਇੱਜ਼ਤ ਹੀ ਨਾਂ ਹੀ ਇੱਕ ਨਾਮ ਹੁੰਦਾ ਹੈ। ਨਕਦ ਜਿਹੜੇ ਪੈਸੇ ਨੇ ਉਹ ਕੋਈ ਨਾਮ ਨਹੀਂ, ਉਹਨਾਂ ਦੀ ਕੋਈ ਵੈਲਿਊ ਨਹੀਂ। ਤੇ ਅੱਛਾ, ਇਹ ਦੱਸਿਆ ਜੇ, ਅਗਰ ਕੋਈ ਭਾਈ ਤੁਹਾਡੇ ਕੋਲ ਤੁਹਾਡੀ ਨਸਲ ਆਪਦਾ ਸ਼ੌਕ ਪੂਰਾ ਕਰਨਾ ਚਾਹਵੇ, ਜ਼ਾਹਿਰੀ ਗੱਲ ਇਹ ਚੀਜ਼ਾਂ ਕੋਈ ਵੀ ਨਹੀਂ ਵੇਚਦਾ। ਅਗਰ ਕੋਈ ਭਾਈ ਤੋਂ ਜਿਵੇਂ ਤੁਸੀਂ ਆਪਦਾ ਸ਼ੌਕ ਕਰ ਰਹੇ, ਕੋਈ ਆਪਦਾ ਸ਼ੌਕ ਪੂਰਾ ਕਰਨਾ ਚਾਹਵੇ, ਤੁਹਾਡੇ ਕੋਲ ਇਹ ਨਸਲ ਲੈਣਾ ਚਾਹਵੇ, ਤੁਸੀਂ ਕੀ ਉਹਨੂੰ ਦਿਓਗੇ ਕਿ ਨਹੀਂ? ਪਹਿਲੀ ਗੱਲ ਤੇ ਭਾਜੀ ਇਹ ਵੇ ਇੱਕ ਵੀ ਅਸੀਂ ਇਸ ਨਸਲ ਨੂੰ ਵੇਚਣਾ ਨਹੀਂ ਚਾਹੁੰਦੇ। ਅਗਰ ਜੇ ਕੋਈ ਬੰਦਾ ਭੈਣ ਭਰਾ ਆ ਕੇ ਮਜਬੂਰ ਕਰਦਾ, ਤੰਗ ਕਰਦਾ ਤੇ ਆ ਕੇ ਬੰਦਾ ਘਰੋਂ ਖਾਲੀ ਕਿਸੇ ਨੂੰ ਘਲਾਵੇ, ਅੱਛੀ ਬਾਤ ਨਹੀਂ, ਤੇ ਫਿਰ ਉਹਦੀ ਲੈਣੀ ਦੇਣੀ ਵੀ ਪੈਂਦੀ ਹੈ। ਲੇਕਿਨ ਇਹਦਾ ਸ਼ੌਂਕ ਦਾ ਜਿਹੜਾ ਮੁੱਲ ਕੋਈ ਨਹੀਂ। ਮੇਰਾ ਜ਼ਹਨ ਹੈ ਕਿ ਵੀ ਇਹ ਸ਼ੌਂਕ ਦਾ ਮੁੱਲ ਕਿਸੇ ਨਾ ਭਰਨਾ ਤੇ ਨਾ ਕਿਸੇ ਲੈਣੀ ਹੈ। ਜਿੰਨੇ ਵੀ ਪੈਦਾ ਕਰਾਣੀ ਆਪਣੇ ਘਰ ਦੀ ਨਸਲ ਕਰਾਣੀ ਤੇ ਅੱਛੀਆਂ ਮੱਝਾਂ ਤਾਂ ਬਣਨੀਆਂ ਨੇ। ਜਿਵੇਂ ਮੇਰੀ ਆ ਦੋਂਦੀ ਝੋਟੀ ਹੁਣ ਚੁਆਈ ਹੋ ਰਹੀ ਹੈ, ਇਹ ਮੇਰੇ ਘਰ ਦੀ ਆਪਣੀ ਜਾਤੀ ਮੇਰੀ ਨਸਲ ਹੈ ਅਲਹਮਦੁਲਿਲਾ, ਆਪਣੇ ਘਰ ਦੀ, ਤੇ 2.5 ਸਾਲ ਦੀ ਉਮਰ ਹੈ। ਅੱਛਾ, ਅੱਛਾ, ਸਹੀ ਹੋ ਗਿਆ। ਮੱਝ ਤਕਰੀਬਨ ਝੋਟੀ ਚਵਾਈ ਦੇ ਕਰੀਬ ਹੈ। ਇਹ ਝੋਟੀ ਜਿਹੜੀ ਇਹ ਮੂੰਹ ਧੋਂਦੀ ਹੈ, 2.5 ਸਾਲ ਦੀ ਝੋਟੀ ਹੈ। ਭਾਈ ਹਰਾਂ ਦੇ ਅਰਸ਼ਾਦ ਗੁੱਜਰ ਸਾਹਿਬ ਦੇ ਘਰ ਦੀ ਚਵਾਈ ਹੈ। ਇਹ ਅਰਸ਼ਾਦ ਗੁੱਜਰ ਸਾਹਿਬ ਦਾ ਸ਼ੌਕ ਹੈ ਤੇ ਨਾਲ ਉਹਨਾਂ ਦੇ ਭਾਈ ਨੇ। ਭਾਈ ਜੀ ਤੁਸੀਂ ਆਪਦਾ ਨਾਮ ਦੱਸਿਆ ਜੀ? ਆਬਦ ਗੁੱਜਰ ਜੀ ਮੇਰਾ ਨਾਮ। ਆਬਦ ਗੁੱਜਰ ਸਾਹਿਬ ਤੇ ਅਰਸ਼ਾਦ ਗੁੱਜਰ ਸਾਹਿਬ ਨੇ ਸ਼ੌਕ ਕੀਤਾ ਹੈ। ਇਹ ਮੇਲੇ 'ਚ ਗਿਆ ਸੀ ਤੇ ਅੱਛਾ, ਮੇਲੇ 'ਚ ਇਹ ਦੱਸਿਆ ਜੀ, ਬੜਾ ਅਹਿਮ ਸਵਾਲ, ਮੇਲੇ 'ਚ ਤੁਸੀਂ ਕਿੰਨੇ ਦਿਨ ਪਹਿਲੇ ਗਿਆ? ਚਲੇ ਸਰ ਜੀ, 1 ਦਿਨ ਪਹਿਲੇ ਜਾਂ ਕਿ ਜ਼ਿਆਦਾ ਦਿਨ? ਅਸੀਂ ਭਾਜੀ ਮੇਲੇ ਦੇ ਵਿੱਚ ਗਏ ਸਾਂ 8 ਦਿਨ ਪਹਿਲਾਂ। 8 ਦਿਨ ਅਸੀਂ ਮੱਝਾਂ ਜਾ ਕੇ ਤਿਆਰੀ ਕੀਤੀ, ਯਾਨੀ ਕਿ ਮੱਝਾਂ ਦਿਲ ਲਾ ਲੈਣ। ਅੱਗੇ ਵੀ ਓਪਰੀ ਜਗ੍ਹਾ ਜਾ ਕੇ ਮੱਝਾਂ ਨਹੀਂ ਚਵਾਈ ਕਰਾਉਂਦੀਆਂ, ਸਹੀ ਨਹੀਂ ਖਲੋਂਦੀਆਂ, ਤੇ ਤਾਂ ਕਰਕੇ 1 ਦਿਨ ਪਹਿਲਾਂ ਜਾਣਾ ਪੈਂਦਾ, ਯਾਨੀ ਕਿ 8 ਦਿਨ ਪਹਿਲਾਂ। ਉਸ ਤੋਂ ਬਾਅਦ ਮੱਝਾਂ ਜਿਹੜੀਆਂ ਦਿਲ ਰੱਖ ਜਾਂਦੀਆਂ, ਉਸ ਤੋਂ ਬਾਅਦ ਮੱਝਾਂ ਆਪਣੀਆਂ ਚਵਾਈ ਜਿਹੜੀ ਨਾ ਅੱਛੇ ਤਰੀਕੇ ਨਾਲ ਕਰਾਉਂਦੀਆਂ ਨੇ, ਤਾਂ ਇਹਨਾਂ ਨੂੰ ਮੱਝਾਂ ਨੂੰ ਪਹਿਲਾਂ ਲੈ ਕੇ ਜਾਂਦੇ ਹਾਂ। ਅਗਰ ਸਾਨੂੰ ਪਤਾ ਹੁੰਦਾ ਵੀ ਆ ਪੱਤੋਗੀ ਦਾ ਮੇਲਾ ਜਿਹੜਾ ਬਹਾਦਰ ਨਗਰ ਚਲਾ ਗਿਆ, ਉੱਥੇ ਵੀ ਨਹੀਂ ਲੱਗਣਾ, ਆਪਾਂ ਬਿਲਕੁਲ ਵੀ ਨਹੀਂ ਜਾਣਾ ਸੀ। ਲੇਕਿਨ ਉੱਥੇ ਜਾ ਕੇ ਬਲਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਹਾਂ, ਜਿਹਦਾ ਇੰਤਹਾ ਕੋਈ ਨਹੀਂ। ਵੇਖੋ ਜੀ, ਜਿਹੜਾ ਬੰਦਾ ਮੇਲੇ ਵਿੱਚ ਜਾਂਦਾ ਹੈ, ਇੰਨਾ ਸ਼ੌਕ ਕਰਦਾ ਹੈ, ਇੰਨਾ ਪੈਸਾ ਖਰਚ ਕਰਦਾ ਹੈ, ਉੱਥੇ ਫਿਰ ਆਪਦੇ ਨਾਲ ਬੰਦੇ ਲੈ ਕੇ ਜਾਂਦਾ 8-10 ਜਿਹੜੇ ਉਹਨਾਂ ਦੀ ਕੇਅਰ ਕਰਦੇ ਨੇ ਜਾਨਵਰਾਂ ਦੀ। ਫਿਰ ਉਹ ਕੰਪੀਟੀਸ਼ਨ ਨਾ ਹੋਵੇ, ਉਹ ਮੁਕਾਬਲਾ ਨਾ ਹੋਵੇ, ਹਾਰ ਜੇ ਤੱਕ ਬਾਅਦ ਦੀ ਗੱਲ ਹੈ, ਉਹ ਮੁਕਾਬਲਾ ਨਾ ਹੋਵੇ, ਫਿਰ ਦੁੱਖ ਦਾ ਹੁੰਦਾ ਹੈ। ਬਹਰਹਾਲ ਕੋਈ ਗੱਲ ਨਹੀਂ, ਇਨਸ਼ਾਅੱਲਾ ਤੁਹਾਡਾ ਸ਼ੌਕ ਅਸੀਂ ਆਪਦੇ ਚੈਨਲ ਦੇ ਜ਼ਰੀਏ ਪੂਰਾ ਕਰਵਾ ਰਹੇ ਹਾਂ, ਔਰ ਇਨਸ਼ਾਅੱਲਾ ਲੋਕ ਤੁਹਾਡੇ ਨਾਲ ਪੂਰੇ ਪਾਕਿਸਤਾਨ 'ਚ ਐਲਾਨ ਹੈ ਤੁਹਾਡਾ ਜਾਂ ਪੰਜਾਬ 'ਚ? ਇਹ ਪਹਿਲੇ ਦੱਸਿਆ ਜੀ। ਪੂਰੇ ਪਾਕਿਸਤਾਨ ਦੇ ਵਿੱਚ ਮੇਰਾ ਐਲਾਨ ਹੈ ਕਿ ਦੋਂਦੀ ਝੋਟੀ ਨਾਲ ਦੋਂਦੀ ਝੋਟੀ ਜਿਸ ਟਾਈਮ ਮਰਜ਼ੀ ਕੁਝ ਹੋ ਸਕੇ। ਤੇ ਇਨਸ਼ਾਅੱਲਾ ਤੁਹਾਡਾ ਸ਼ੌਕ ਲੋਕ ਪੂਰਾ ਕਰਨਗੇ, ਤੁਹਾਡੀ ਦੋਂਦੀ ਝੋਟੀ ਨਾਲ ਆਪਦੀ ਦੋਂਦੀ ਝੋਟੀ ਵੀ ਲਾਵਾਂਗੇ। ਤੇ ਉਹ ਅਗਰ ਕੋਈ ਦੋਸਤ ਸ਼ੌਕ ਪੂਰਾ ਕਰੇ, ਤੁਸੀਂ ਸਾਨੂੰ ਜ਼ਰੂਰ ਬੁਲਾਉਣਾ ਹੈ, ਸਾਡੇ ਕੋਲ ਦੁਬਾਰਾ ਫਿਰ ਵੀਡੀਓ ਬਣਵਾਉਣੀ। ਆਪਦਾ ਨੰਬਰ ਦੱਸ ਦਿਓ ਤਾਂ ਕਿ ਕੋਈ ਭਾਈ ਆਪਦਾ ਸ਼ੌਕ ਪੂਰਾ ਕਰਨਾ ਚਾਹੇ ਤਾਂ ਕਰ ਸਕੇ। ਭਾਜੀ 0346 60 27 792 ਮੇਰਾ ਨੰਬਰ ਹੈ, ਰਾਬਤਾ ਨੰਬਰ ਹੈ। ਜਿਸ ਟਾਈਮ ਮਰਜ਼ੀ ਕੋਈ ਰਾਬਤਾ ਮੇਰੇ ਨਾਲ ਕਰ ਲਵੇ। ਇਨਸ਼ਾਅੱਲਾ ਅਗਰ ਜੇ ਮੁਕਾਬਲੇ ਤੇ ਆਇਆ ਤੇ ਮੈਂ ਵੀਡੀਓ ਵਾਲਿਆਂ ਨੂੰ ਫਿਰ ਬੁਲਾ ਕੇ ਮੁਕਾਬਲਾ ਇਨਸ਼ਾਅੱਲਾ ਕਰਾਵਾਂਗਾ। ਸਾਡਾ ਜੀ ਇਨਸ਼ਾਅੱਲਾ ਤਾਲਾ ਉੱਥੋਂ ਆਪਣਾ ਅਮਰਕੋਟ ਤੋਂ ਸੰਗਲ ਤੋਂ ਵੀ ਅੱਗੇ ਜਿੱਤ ਕੇ ਆਏ ਆ। ਸਾਨੂੰ ਮੋਟਰਸਾਈਕਲ ਨਾਮ ਮਿਲਿਆ, ਕੱਪ ਮਿਲਿਆ ਵੱਡਾ, ਤੇ ਅੱਲਾ ਦੀ ਮਿਹਰਬਾਨੀ ਨਾਲ ਸਾਡੀ ਬਹੁਤ ਵੱਡੀ ਕਾਰਕਰਦਗੀ ਹੈ। ਯਾਨੀ ਕਿ ਅਸੀਂ ਬਿਲਕੁਲ ਉੱਥੇ ਮੱਝਾਂ ਸਨ ਤਕਰੀਬਨ ਵਾਵਾ ਕਾਫੀ,
ਲੇਕਿਨ ਸਾਡੀ ਮੱਝ ਪਹਿਲੇ ਨੰਬਰ ਤੇ ਉੱਥੇ ਨਹੀਂ ਆ ਸਕੀ ਕਿਉਂਕਿ ਮੇਰੀ ਮੱਝ ਨੂੰ ਅਟੈਕ ਹੋ ਗਿਆ ਸੀ ਉੱਥੇ। ਤੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਔਰ ਤੀਸਰੇ ਨੰਬਰ ਤੇ ਮੇਰੀ ਮੱਝ ਲੱਗੀ ਸੀ। ਪਹਿਲੇ ਨੰਬਰ ਤੇ ਮੇਰੇ ਦੋਸਤ ਹੀ ਨੇ, ਉਹ ਵੀ ਮੇਰੇ ਗਰੁੱਪ ਦੀ ਮੱਝ ਸੀ, ਉਹ ਪਹਿਲੇ ਨੰਬਰ ਤੇ ਆਈ ਸੀ ਉੱਥੇ, ਗ੍ਰਾਮਾਂ ਨਾਲ ਵਧੀ ਸੀ ਮੱਝ। ਬੜੀ ਅੱਛੀ ਗੱਲ ਹੈ। ਕੰਡਾ ਜੀ ਲਗਾਇਆ ਜਾ ਚੁੱਕਿਆ ਹੈ, ਦੁੱਧ ਤੁਸੀਂ ਭਾਈ ਦੇਖ ਰਿਹਾ ਜੇ। ਆ ਖਾਲੀ ਬਰਤਨ ਦਿਖਾਇਆ ਜਾਏ, ਖਾਲੀ ਬਰਤਨ ਹੈ, ਇਹਦਾ ਧੜਾ ਕੀਤਾ ਜਾਏਗਾ, ਉਸ ਤੋਂ ਬਾਅਦ ਇਹਦੇ ਦੁੱਧ ਤੋਲਿਆ ਜਾਏਗਾ। 1 ਮਿੰਟ ਜੀ, 1 ਮਿੰਟ। ਲੋ ਜੀ, ਕੰਡਾ 00 ਹੋ ਚੁੱਕਿਆ। ਇਹਦਾ ਹੁਣ ਵਜ਼ਨ ਕੀਤਾ ਜਾਏਗਾ ਭਾਈਜਾਨ। ਇਹਦੇ ਵਿੱਚ ਦੁੱਧ ਪਾਓ। ਆ ਇੱਕ ਡੋਨਾ ਹੀ ਭਰਿਆ ਸੀ ਤੁਹਾਡੇ ਸਾਹਮਣੇ, ਉਹ ਦੁਬਾਰਾ ਇਹਦੇ 'ਚ ਪਾਇਆ ਜਾ ਰਿਹਾ। माशाल्लाह। कितना हुए? 10 किलो 900 ग्राम 930 ग्राम 46 हो गया। माशाल्लाह 10 किलो 946 ग्राम यानी कि तकरीबन 11 किलो दोंदी झोटी का दुध। मैं दसदा जावां, ये मझ का दुध नहीं है, दोंदी झोटी का पहलन झोटी का दुध है। 2.5 साल की झोटी है। माशाल्लाह अरशाद भाई थोड़ी झोटी ने दुध माशाल्लाह बहुत ज़बरदस्त दिता है। आइए थोड़े मुताबिक किसी के डेरे ते खड़ी है, इन्हें पट्ठे नहीं खादे, मतलब भुखियां खड़ियां ने। तुसीं की कहना चाहोगे? ਅਸੀਂ ਕਹਿੰਦੇ ਆ ਕਿ ਵੀ ਇਹ ਦੁੱਧ ਤੁਸੀਂ ਦੇਖ ਲਿਆ, ਭੁੱਖੀਆਂ ਧਰਿਆਈਆਂ ਮੱਝਾਂ ਨੇ, ਜਾਨੀ ਕਿ ਅਗਲੇ ਡੇਰੇ ਤੇ ਆ ਕੇ ਅਸੀਂ ਖਲੋਤੇ ਆ ਤੇ ਸਾਡੀ ਮੱਝਾਂ ਫਿਰ ਵੀ ਇਹਨਾਂ ਦੁੱਧ ਕੀਤਾ। ਮੇਰਾ ਜ਼ਿਹਨ ਤੇ ਇਹ ਸੀ ਕਿ ਮੇਰੀ ਮੱਝ ਸਿਰਫ ਝੋਟੀ ਪਹਿਲਣ ਦੋਂਦੀ 20 ਕਿਲੋ ਦੁੱਧ ਦੇਗੀ, ਲੇਕਿਨ ਮੈਂ ਇਹਦਾ ਹਿਸਾਬ ਕਿਤਾਬ ਲਾਇਆ ਕਿ ਨਹੀਂ, ਇਹ ਤੇ ਝੋਟੀ ਹੋਰ ਦੁੱਧ ਵਧਣ ਡਈ ਸੀ। ਇਹਨਾਂ ਹੁਣ ਦੁੱਧ ਆਏਗੀ ਤਕਰੀਬਨ ਇਹਨੇ 25 ਕਿਲੋ ਦੁੱਧ ਦੀ ਚੁਆਈ ਕਰਾਣੀ ਸੀ। 2.5 ਸਾਲ ਦੀ ਝੋਟੀ ਦੀ ਉਮਰ ਹੈ ਮਾਸ਼ਾਅੱਲਾ। चलो मैं सारे भाइयों ने आखा दे एक बार क्लैपिंग करो तो अरशाद भाई के नाम का नारा लाओ। जिंदाबाद जिंदाबाद।